ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਹੁਣ ਕਿਸਾਨਾਂ ਨੂੰ ਨਵਾਂ ਝਟਕਾ ਦਿੱਤਾ ਗਿਆ। ਕੇਂਦਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਿਜਲੀ ਸੋਧ ਬਿੱਲ 220 ਨੂੰ ਲਿਆਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ। ਇਸ ਦੇ ਵਿੱਚ ਹੁਣ 2020 ਜੋ ਬਿਜਲੀ ਸੋਧ ਐਕਟ ਸੀ, ਜਿਸ ਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਦੇ ਦਰਮਿਆਨ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਨਹੀਂ ਲਿਆਏਗੀ, ਜੇਕਰ ਲਿਆਂਦਾ ਜਾਏਗਾ ਤਾਂ ਉਸ ਦੇ ਵਿੱਚੋਂ ਕਿਸਾਨਾਂ ਨੂੰ ਰਿਆਇਤ ਦਿੱਤੀ ਜਾਏਗੀ। ਪਰ ਹੁਣ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਸੂਬਿਆਂ ਤੋਂ ਇਸ ਸੰਬੰਧ ਦੇ ਵਿੱਚ ਸੁਝਾਅ ਲੈਣੇ ਸ਼ੁਰੂ ਕਰਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪਾਰਲੀਮੈਂਟ ਸੈਸ਼ਨ ਦੀ ਦੁਬਾਰਾ ਸ਼ੁਰੂਆਤ ਹੋਣੀ ਹੈ ਉਦੋਂ ਇਹ ਬਿੱਲ ਇੱਕ ਵਾਰ ਫਿਰ ਤੋਂ ਪੇਸ਼ ਕੀਤੇ ਜਾਣੇ ਨੇ ਤੇ ਇਹਨਾਂ ਨੂੰ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ, ਜਿਸ ਨੂੰ ਲੈ ਕੇ ਹੁਣ ਵੱਖੋ ਵੱਖਰੇ ਸਿਆਸੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਚੁੱਕੇ ਨੇ। ਕੇਂਦਰ ਵਾਲੇ ਪੱਖ ਤੋਂ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਟੇ ਨਹੀਂ ਸੀ ਕੀਤੇ, ਸਿਰਫ ਗੱਲਬਾਤ ਦੇ ਲਈ ਰੋਕ ਕੇ ਗਏ ਸੀ। ਇੱਕ ਵਾਰ ਫਿਰ ਤੋਂ ਹੁਣ ਇਹਨਾਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਵੱਖ-ਵੱਖ ਸੂਬਿਆਂ ਦੇ ਨਾਲ ਹੋ ਰਹੀ ਹੈ। ਸੂਬਿਆਂ ਦੇ ਨਾਲ ਗੱਲਬਾਤ ਤੋਂ ਬਾਅਦ ਹੀ ਇਹਨਾਂ ਬਿੱਲਾਂ ਨੂੰ ਪੇਸ਼ ਕੀਤਾ ਜਾਏਗਾ। ਸੋ ਇਸ ਦੇ ਉੱਤੇ ਹੁਣ ਸਿਆਸਤ ਪੰਜਾਬ ਦੇ ਵਿੱਚ ਗਰਮਾ ਚੁੱਕੀ ਹੈ। ਕਿਸਾਨ ਜਥੇਬੰਦੀਆਂ ਨੇ ਵੱਖਰਾ ਰੁਖ ਅਖਤਿਆਰ ਕਰ ਲਿਆ ਹੈ ਤੇ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਇਸ ਦੇ ਉੱਤੇ ਕਾਂਗਰਸ ਦੇ ਆਗੂ ਰਾਜਕੁਮਾਰ ਵੇਰਕਾ ਦਾ ਪ੍ਰਤੀਕਰਮ ਹੈ, ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਹਾਂ। ਬਈ ਇਹ ਬਿਜਲੀ ਦੇ ਜਿਹੜੇ ਮੋਨੋਪੋਲੀ ਹੈ ਇਹ ਵੱਡੇ ਘਰਾਣਿਆਂ ਨੂੰ ਦੇਣਾ ਚਾਹੁੰਦਾ ਹੈ। ਕਦੀ ਇਹ ਗੱਲ ਕਹਿ ਰਿਹਾ ਇੱਕ ਭਾਸ਼ਾ ਇੱਕ ਦੇਸ਼, ਫਿਰ ਕਹਿਣਗੇ ਇੱਕ ਧਰਮ ਇੱਕ ਦੇਸ਼, ਹੁਣ ਕਹਿੰਦੇ ਆ ਵੀ ਇੱਕ ਬਿਜਲੀ ਤੇ ਪੂਰੇ ਦੇਸ਼ ਦਾ ਰੇਟ। ਇਹ ਕਿੱਦਾਂ ਹੋ ਸਕਦਾ ਭਾਈ? ਸਾਡੇ ਸਬਸਿਡੀ ਕਿਸਾਨਾਂ ਨੂੰ ਅਸੀਂ ਦਿੰਦੇ ਆ, ਅਸੀਂ ਦਲਿਤਾਂ ਨੂੰ ਸਬਸਿਡੀ ਦਿੰਦੇ ਆ, ਤੁਸੀਂ ਉਹ ਸਬਸਿਡੀ ਨੂੰ ਖਤਮ ਕਰਨਾ ਚਾਹੁੰਦੇ ਹੋ। ਇਹ ਗਲਤ ਆ। ਔਰ ਪੰਜਾਬ ਦੇ ਵਿੱਚ ਇਹ ਕਿਸਾਨ ਵਿਰੋਧੀ, ਪੰਜਾਬ ਵਿਰੋਧੀ ਇਹ ਜਿਹੜੇ ਕਾਲੇ ਕਾਨੂੰਨ ਆ ਬਿਜਲੀ ਵਾਲੇ, ਇਹ ਅਸੀਂ ਨਹੀਂ ਮੰਨਾਂਗੇ, ਇੱਥੇ ਲਾਗੂ ਨਹੀਂ ਹੋਣਗੇ। ਦੇਖੋ, ਇਸ ਬਿੱਲ ਦੇ ਵਿੱਚ ਜਿਹੜੇ ਸਭ ਤੋਂ ਵੱਡਾ ਨੁਕਸਾਨ ਹੈ ਉਹ ਤਾਂ ਪਹਿਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਉਹ ਬਿੱਲ ਲਿਆ ਕੇ, ਜਿਵੇਂ ਉਸ ਬਿੱਲ ਦੀ ਜੋ ਅਥਾਰਟੀ ਬਣਾ ਰਹੇ ਸੀ ਰੈਗੂਲੇਟਰੀ ਅਥਾਰਟੀ, ਉਸ ਅਥਾਰਟੀ ਦੇ ਵਿੱਚ ਸਾਰਾ ਕੰਟਰੋਲ ਸੈਂਟਰ ਦੇ ਹੱਥ 'ਚ ਆ ਰਿਹਾ ਹੈ। ਤੇ ਜੇ ਸਾਰੇ ਬਿਜਲੀ ਦਾ ਕੰਟਰੋਲ ਹੀ ਸੈਂਟਰ ਦੇ ਹੱਥ 'ਚ ਆ ਗਿਆ ਤਾਂ ਸਟੇਟ ਕੋਲ ਰਹਿ ਕੀ ਗਿਆ ਫਿਰ ਬਿੱਲ ਕਰਨ? ਫਿਰ ਤਾਂ ਲੋੜ ਹੀ ਕੋਈ ਨਹੀਂ ਸਟੇਟਾਂ ਨੂੰ ਇਲੈਕਸ਼ਨ ਕਰਾਉਣ ਦੀ। ਸਭ ਤੋਂ ਵੱਡਾ ਜੋ ਸਟੇਟਾਂ ਦੀ ਪਾਵਰ ਨੂੰ ਖੋਹਣ ਵਾਸਤੇ ਉਹ ਬਿੱਲ ਜਿਹੜਾ ਪਹਿਲਾਂ ਖਰੜਾ ਆਇਆ ਸੀ, ਨਵਾਂ ਕੀ ਸੋਧਦੇ ਜੋ ਮੀਟਿੰਗਾਂ ਹੋ ਰਹੀਆਂ ਮੈਨੂੰ ਨਹੀਂ ਪਤਾ, ਲੇਕਿਨ ਮੈਂ ਕਹਾਂਗਾ ਕਿ ਉਹ ਖਰੜਾ, ਉਹ ਜਿਹੜਾ ਬਿੱਲ ਸੀ ਉਹ 100% ਸਟੇਟਾਂ ਦੀ ਪਾਵਰ ਖਤਮ ਕਰਦਾ ਸੀ। ਇਸ ਕਰਕੇ ਅਸੀਂ ਉਸ ਬਿੱਲ ਦੇ ਪਹਿਲਾਂ ਹੀ ਵਿਰੁੱਧ ਸੀ। ਜਦੋਂ ਸਾਰਾ ਰੌਲਾ ਪਿਆ, ਜਦੋਂ ਉਹ ਬਿੱਲ ਆਇਆ, ਉਸੇ ਵੇਲੇ ਅਸੀਂ ਮੀਟਿੰਗ ਕਰਕੇ ਉਹਨੂੰ ਕਹਿਤਾ ਸੀ ਕਿ ਹਜੇ ਸਾਡਾ ਸਮਝੌਤਾ ਟੁੱਟਿਆ ਨਹੀਂ ਸੀ, ਕਿ ਜੇ ਇਹ ਬਿੱਲ ਆਏਗਾ ਅਸੀਂ ਇਸ ਦੇ ਖਿਲਾਫ ਵੋਟ ਪਾਵਾਂਗੇ ਤੇ ਤੁਹਾਡਾ ਸਾਡਾ ਸਮਝੌਤਾ ਟੁੱਟ ਜਾਏਗਾ। ਉਸੇ ਵੇਲੇ ਸਾਨੂੰ ਕਿਹਾ ਸੀ ਕਿ ਅਸੀਂ ਨਹੀਂ ਲਿਆਉਂਦੇ, ਠੰਡੇ ਬਸਤੇ 'ਚ ਪਾਤਾ। ਉਸ ਤੋਂ ਬਾਅਦ ਫਿਰ ਯੂਨੀਅਨਾਂ ਦਾ ਸਾਰਾ ਪ੍ਰੈਸ਼ਰ ਪਿਆ, ਉਹਨਾਂ ਨੂੰ ਵੀ ਉਹਨਾਂ ਨੇ ਕਹਿਤਾ ਕਿ ਅਸੀਂ ਪਾਤਾ। ਹੁਣ ਦੁਬਾਰਾ ਇਸ 'ਤੇ ਚਰਚਾ ਜ਼ਰੂਰ ਹੋਣ ਲੱਗਿਆ। ਸਟੇਟਾਂ ਨਾਲ ਕੀ ਚਰਚਾ ਕਰਦੇ ਨੇ ਸਟੇਟਾਂ ਨੂੰ ਪਤਾ ਹੈ। ਦੇਖੋ, ਜਿਹੜਾ ਬਿਜਲੀ ਦਾ ਤਜਵੀਜ਼ ਹੈਗਾ ਬਿੱਲ, ਉਹ ਬਹੁਤ ਹੀ ਮੈਂ ਸਮਝਦਾ ਫੈਡਰਲਿਜ਼ਮ ਦੇ ਬਿਲਕੁਲ ਹੀ 100% ਹੀ ਉਲਟਾ। ਉਹਦੇ 'ਚ ਸਾਰੀਆਂ ਜਿਹੜੀਆਂ ਸਟੇਟਾਂ ਦੀਆਂ ਪਾਵਰਸ ਆ, ਇੱਥੋਂ ਤੱਕ ਕਿ ਰੈਗੂਲੇਟਰ ਅਪਾਇੰਟ ਕਰਨ ਦੀ ਵੀ ਜਿਹੜੀ ਪਾਵਰ ਆ ਉਹ ਵੀ ਸੈਂਟਰ ਆਪਣੇ ਕੋਲ ਜਿਹੜਾ ਲੈ ਰਿਹਾ। ਔਰ ਜਿਹੜੀਆਂ ਪਾਵਰ ਡਿਸਟਰੀਬਿਊਸ਼ਨ ਕੰਪਨੀਆਂ, ਉਹਨਾਂ ਨੂੰ ਸਾਰੀ ਜਿਹੜੀ ਡਿਸਟਰੀਬਿਊਸ਼ਨ ਤੱਕ ਦੀ ਪਾਵਰ ਵੀ ਉਹਦੇ ਵਿੱਚ ਦਿੱਤੀ ਜਾ ਸਕਦੀ। ਇਸ ਕਰਕੇ ਜੇ ਉਹੋ ਜਿਹਾ ਬਿੱਲ ਲਿਆਉਣਾ ਹੈ ਤਾਂ ਉਹ ਤਾਂ ਮੈਂ ਸਮਝਦਾ ਸੂਬਿਆਂ ਦੇ ਅਧਿਕਾਰ ਦੇ ਉੱਤੇ ਡਾਇਰੈਕਟ ਸਿੱਧੀ ਦਖਲਅੰਦਾਜ਼ੀ ਹੈ, ਉਹਨੂੰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਆਲਰੇਡੀ ਜਦੋਂ ਬੀਜੇਪੀ ਸਾਡੇ ਨਾਲ ਸੀ ਉਦੋਂ ਵੀ ਅਸੀਂ ਉਹਨਾਂ ਨੂੰ ਸਖਤੀ ਦੇ ਨਾਲ ਉਹ ਸਾਰੇ ਪੁਆਇੰਟ ਕੱਢ ਕੇ ਦਿੱਤੇ ਸੀ ਕਿ ਇਹ ਚੀਜ਼ਾਂ ਟੋਲਰੇਟ ਨਹੀਂ ਕੀਤੀਆਂ ਜਾ ਸਕਦੀਆਂ। ਮੈਂ ਸਮਝਦਾ ਬਹੁਤ ਵੱਡਾ ਧੱਕਾ ਹੋਊਗਾ ਸੂਬਿਆਂ ਦੇ ਨਾਲ। ਇਹ ਬਿਲਕੁਲ 100% ਜਿਹੜਾ ਫੈਡਰਲਿਜ਼ਮ ਦੇ ਅਗੇਂਸਟ ਹੈ, ਕਿਉਂਕਿ ਡਾਇਰੈਕਟ ਜਿਹੜੇ ਸੂਬਿਆਂ ਦੇ ਅਧਿਕਾਰ ਆ ਉਹ ਇਸ ਬਿੱਲ ਦੇ ਵਿੱਚ ਲਈ ਜਾ ਰਿਹਾ। ਇਹਦਾ ਹਰ ਤਰੀਕੇ ਨਾਲ ਜੇ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰਾਂਗੇ। ਉਧਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਸਾਫ਼ ਤੌਰ ਤੇ ਉੱਤੇ ਇੱਕ ਨਵਾਂ ਐਲਾਨ ਕੀਤਾ ਗਿਆ। ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚਾ ਰਾਕੇਸ਼ ਟਕੈਤ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਹੋਰ ਸਖਤ ਰੁਖ ਅਖਤਿਆਰ ਕਰੇਗਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਉਣ ਵਾਲੇ ਦਿਨਾਂ ਦੇ ਐਲਾਨ ਖੁਦ ਆਪਣੀ ਜ਼ੁਬਾਨੀ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਜਾਰੀ ਕੀਤੇ ਗਏ ਨੇ। ਇਸ ਮੌਕੇ ਦੇ ਉੱਤੇ ਬਲਵੀਰ ਸਿੰਘ ਰਾਜੇਵਾਲ ਨੇ ਹੋਰ ਕਈ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਗੰਭੀਰ ਟਿੱਪਣੀਆਂ ਕੀਤੀਆਂ ਨੇ। 5 ਤਾਰੀਖ ਨੂੰ FCI ਦੇ ਦਫ਼ਤਰਾਂ ਦਾ ਘਿਰਾਓ ਕਰਨ ਜਾ ਰਹੇ ਹਾਂ, ਧਰਨੇ ਦੇਣ ਜਾ ਰਹੇ ਹਾਂ FCI ਦੇ ਦਫ਼ਤਰਾਂ ਅੱਗੇ। ਉਹਦੇ ਪਿੱਛੇ ਕਈ ਕਾਰਨ ਨੇ। ਸਰਕਾਰ FCI ਨੂੰ ਡਿਸਬੈਂਡ ਕਰ ਰਹੀ ਹੈ, ਖਤਮ ਕਰ ਰਹੀ ਹੈ। ਜੇ FCI ਖਤਮ ਹੋ ਗਈ ਤਾਂ ਜਿੱਥੇ ਕਿਸਾਨ ਦੀ ਖਰੀਦ ਬੰਦ ਹੋ ਜਾਏਗੀ, MSP ਤੇ ਜ਼ਰੂਰ ਰਹੇਗੀ, ਪਰ ਪ੍ਰੋਕਿਉਰਮੈਂਟ ਜਿਹੜੀਆਂ ਸਟੇਟ ਏਜੰਸੀਆਂ ਉਹਦੇ ਪਰਚੇਜ਼ ਫॉर FCI ਜੇ ਨਾ ਰਹੀ ਫਿਰ ਕੌਣ ਲਏਗਾ? ਜਿਹੜਾ ਸਟਾਕ ਖਰੀਦਿਆ ਕਿਵੇਂ ਟ੍ਰਾਂਸਫਰ ਹੋਏਗਾ? ਔਰ ਇਹ ਤੋਂ ਵੀ ਅਗਲੀ ਗੱਲ,
ਜੇ FCI ਕੋਲ ਸਟਾਕ ਨਹੀਂ ਜਾਏਗਾ ਤਾਂ ਜਿਹੜੇ ਇੱਥੇ ਦੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ 'ਚ ਜਿਹੜੀ PDS 'ਚ ਅਨਾਜ ਦਿੱਤਾ ਜਾਂਦਾ ਹੈ, ਉਹ ਇਹਦਾ ਮਤਲਬ ਉਹ ਵੀ ਬੰਦ ਹੋ ਜਾਏਗਾ। ਇਹ ਸਾਰੇ ਡਰਾਮੇ ਜਿਹੜੀ ਕਰ ਰਹੀ ਹੈ ਕੇਂਦਰ ਸਰਕਾਰ, ਇਹ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਰ ਰਹੀ ਹੈ। ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਉੜੀਸਾ 'ਚ ਵੀ ਕੋਸ਼ਿਸ਼ ਕੀਤੀ ਸੀ, ਮੈਂ ਨਾਲ ਸੀ ਉਸ ਵੇਲੇ, ਉਹਨਾਂ ਦੀ ਗੱਡੀ ਅੱਗੇ ਲੰਘੀ, ਪਿੱਛੋਂ ਇੱਕ ਬੰਦੇ ਨੇ ਬੱਟਾ ਮਾਰਿਆ। ਉਹ ਤੋਂ ਬਾਅਦ ਜਦੋਂ ਅਸੀਂ ਆ ਗਏ ਤਾਂ ਉੱਥੇ ਜਿਹੜੇ ਸਾਡੇ ਬੈਨਰ ਲੱਗੇ ਹੋਏ ਸੀ, ਉੱਥੇ ਪੰਜਾਬੀ ਪੋਪੂਲੇਸ਼ਨ ਨੇ ਗੁਰਦੁਆਰੇ ਦੇ ਬਾਹਰ ਬੈਨਰ ਲਾਏ ਸੀ, ਸਾਡਾ ਸਵਾਗਤ ਕਰਨ ਲਈ ਸੱਦਿਆ ਸੀ। ਜਦੋਂ ਅਸੀਂ ਉੱਥੋਂ ਆ ਗਏ ਉਹਨਾਂ ਨੇ ਜਾ ਕੇ ਬੈਨਰ ਵੱਢੇ ਤੇ ਨਾਅਰੇ ਲਾਏ। ਉੱਥੇ ਫਿਰ ਜਿਹੜੇ ਉੱਥੇ ਪੰਜਾਬੀ ਸੀ ਉਹਨਾਂ ਨੇ ਫੜ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਇਸੇ ਤਰ੍ਹਾਂ ਦੂਜੀ ਵਾਰੀ ਉਹਨੇ ਰਾਜਸਥਾਨ 'ਚ ਹੋਇਆ। ਇਹ ਤੋਂ ਬੜਾ ਸਾਫ਼ ਸਪਸ਼ਟ ਜ਼ਾਹਰ ਹੈ। ਔਰ ਇਹੀ ਨਹੀਂ ਵੀ ਉਹਨਾਂ ਨੇ ਸ਼ੀਸ਼ੇ ਭੰਨੇ ਨੇ, ਉੱਥੇ ਗੋਲੀ ਵੀ ਚਲਾਈ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ FCI ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੇ ਰਿੜਕੇ ਦੇ ਵਿਚਕਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਗੱਲ ਨਹੀਂ ਮੰਨੀ, ਬਲਕਿ ਆੜ੍ਹਤੀਆਂ ਦੇ ਨਾਲ ਹੋਈ ਮੀਟਿੰਗ ਦੇ ਦਰਮਿਆਨ ਜੋ ਕੁਝ ਗੱਲਾਂ ਹੋਈਆਂ ਨੇ ਉਹਨਾਂ ਦੇ ਉੱਤੇ ਸਾਫ਼ ਮੋਹਰ ਲੱਗ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਆੜ੍ਹਤੀਆਂ ਦੇ ਜ਼ਰੀਏ ਹੀ ਜਿਹੜੀ ਇਸ ਵਾਰ ਦੀ ਕਣਕ ਦੀ ਖਰੀਦ ਹੋਏਗੀ। ਜਿਸ ਤਰ੍ਹਾਂ ਦਾ ਸਿਸਟਮ ਪੰਜਾਬ ਦੇ ਵਿੱਚ ਪਹਿਲਾਂ ਚੱਲਦਾ ਹੈ, ਉਸੇ ਸਿਸਟਮ ਦੇ ਆਧਾਰ ਤੇ ਉੱਤੇ ਇਸ ਵਾਰ ਜਿਹੜੀ ਖਰੀਦ ਕਣਕ ਦੀ 10 ਅਪ੍ਰੈਲ ਤੋਂ ਆਰੰਭ ਕੀਤੀ ਜਾਣੀ ਹੈ। ਦੱਸਦੀ ਕਿ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਹ ਸਾਫ਼ ਹੋ ਚੁੱਕਿਆ ਹੈ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਅਦਾਇਗੀ ਦੀ ਸਕੀਮ ਨੂੰ ਲਾਗੂ ਕਰਵਾਉਣ ਦੀ ਗੱਲ ਆਖੀ ਸੀ, ਉਹ ਸਕੀਮ ਹਜੇ ਲਾਗੂ ਨਹੀਂ ਕੀਤੀ ਜਾਵੇਗੀ। ਹੁਣ ਇਸ ਨੂੰ ਲੈ ਕੇ ਰਾਜਕੁਮਾਰ ਵੇਰਕਾ ਦਾ ਵੀ ਪ੍ਰਤੀਕਰਮ ਹੈ ਤੇ ਵੱਖ-ਵੱਖ ਸਿਆਸੀ ਬਿਆਨ ਇਸ ਦੇ ਵਿੱਚ ਸਾਹਮਣੇ ਆਏ ਨੇ। ਸਾਰੇ ਹੀ ਪੰਜਾਬ ਦੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅੱਗੇ ਕੋਈ ਕਦਮ ਪੁੱਟਾਂਗੇ। ਜਦੋਂ ਤੱਕ ਕਿਸਾਨ ਇਸ ਦੇ ਨਾਲ ਸਹਿਮਤ ਨਹੀਂ, ਉਦੋਂ ਤੱਕ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਫੈਸਲਾ ਇਸ ਸੰਬੰਧ ਵਿੱਚ ਨਹੀਂ ਦੇ ਸਕਦੇ। ਇਹ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਉਹ ਕਰਦੀ ਆ ਰਹੀ ਹੈ। ਇਹ ਜਿਹੜੀ ਬੜੀ ਮੰਦਭਾਗੀ ਸੀਗੀ ਜੋ ਚਿੱਠੀ ਆਈ ਸੀਗੀ ਪਿਊਸ਼ ਗੋਇਲ ਜੀ ਦੀ ਸਾਡੇ CM ਸਾਹਿਬ ਨੂੰ, CM ਸਾਹਿਬ ਨੇ ਬਹੁਤ ਕਲੀਅਰਲੀ ਪ੍ਰਧਾਨ ਮੰਤਰੀ ਨੂੰ ਲਿਖਿਆ ਤੇ ਉਹਦੀ ਕਾਪੀ ਪਿਊਸ਼ ਗੋਇਲ ਜੀ ਨੂੰ ਵੀ ਭੇਜੀ ਹੈ ਵੀ ਅਸੀਂ ਸਾਡੇ ਜਿਹੜੇ ਸਟੇਟ ਦੇ ਕਾਨੂੰਨ ਹੈ ਉਹਦੇ 'ਚ APMC ਐਕਟ ਹੈ ਉਹਦੇ ਮੁਤਾਬਕ ਆੜ੍ਹਤੀਆਂ ਦੀ ਐਗਜ਼ਿਸਟੈਂਸ ਹੈ। ਤੇ ਜਦੋਂ ਇਹ ਫੈਡਰਲ ਸਿਸਟਮ ਹੈ ਤਾਂ ਫੈਡਰਲ ਸਿਸਟਮ ਦੇ ਵਿੱਚ ਕੇਂਦਰ ਸਰਕਾਰ ਨੂੰ ਜਿਹੜੇ ਸਟੇਟ ਦੇ ਕਾਨੂੰਨ ਨੇ ਉਹਨਾਂ ਦਾ ਵੀ ਸਤਿਕਾਰ ਕਰਨਾ ਪਏਗਾ। ਔਰ ਉਹ ਵੀ ਉਦੋਂ ਜਦੋਂ ਖਾਸ ਤੌਰ ਤੇ ਐਗਰੀਕਲਚਰ ਸਟੇਟ ਸਬਜੈਕਟ ਹੈ ਤੇ ਸਾਡੇ ਐਗਰੀਕਲਚਰ ਦੇ ਸਬਜੈਕਟ 'ਚ ਇਸ APMC ਐਕਟ ਦੀ ਹੋਂਦ ਆ ਤੇ ਉਹਦੇ ਮੁਤਾਬਕ ਅਸੀਂ ਪਿਛਲੇ 3 ਸੀਜ਼ਨ ਤੋਂ ਡਾਇਰੈਕਟ ਪੇਮੈਂਟ ਕਰ ਰਹੇ ਹਾਂ, ਪਰ ਥਰੂ ਆੜ੍ਹਤੀਆਜ਼ ਕਰ ਰਹੇ ਹਾਂ। ਸੋ ਹਲੇ ਲਿਖਿਆ ਰੇਡਕਾ ਜਾਰੀ ਹੈ। CM ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਟਾਈਮ ਮੰਗਿਆ, ਉੱਥੇ ਕਲੈਰਿਟੀ ਆਏਗੀ। ਬਈ ਅਸੀਂ ਤੇ ਕਿਸਾਨਾਂ ਦੇ ਨਾਲ ਆ ਔਰ ਇਹ ਕਿਸਾਨ ਵਿਰੋਧੀ ਜਿਹੜੇ ਬਿੱਲ ਆ ਇਹ ਲਾਗੂ ਨਹੀਂ ਹੋਣੇ। ਇੱਕ ਪਾਸੇ ਇਹ ਕੇਂਦਰ ਦੀ ਸਰਕਾਰ ਇਹ ਦੋ ਮੂੰਹੀ ਗੱਲ ਕਰਦੀ ਹੈ, ਦੋ ਮੂੰਹ ਦੇ ਦੋ ਮੂੰਹ ਹੁੰਦੇ ਨਾ, ਇਸ ਤਰ੍ਹਾਂ ਕੇਂਦਰ ਸਰਕਾਰ ਦੇ ਦੋ ਮੂੰਹ ਆ। ਪਹਿਲੇ ਕਹਿੰਦੇ ਆ ਕਿ ਸਟੇਟਾਂ ਦੇ ਫੈਸਲੇ ਛੱਡ ਦਿੰਦੇ ਆ ਕਿ ਸਟੇਟ ਜੋ ਕਹੇ ਉਦਾਂ ਕਰ ਲਓ। ਬਈ ਅਸੀਂ ਤੇ ਕਹਿ ਰਹੇ ਆ ਫਿਰ ਸਿੱਧੇ ਤੌਰ ਦੇ ਉੱਪਰ ਆੜ੍ਹਤੀਆਂ ਦੇ ਥਰੂ ਪੇਮੈਂਟ ਹੋਏਗੀ, ਫਿਰ ਕਿਉਂ ਪੰਗਾ ਲੈਂਦੇ ਹੋ ਵਿੱਚ ਬਈ। ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਨੇ ਇਹਨਾਂ ਬਿੱਲਾਂ ਨੂੰ ਰੋਕ ਲਗਾਈ ਹੋਈ ਹੈ, ਫਿਰ ਇਹ ਬਿੱਲ ਲਾਗੂ ਕਿਉਂ ਕਰ ਰਹੇ ਹੋ, ਸ਼ਰਾਰਤਾਂ ਕਿਉਂ ਕਰਦੇ ਹੋ? ਦੇਖੋ ਜਿੱਥੇ ਇਹਦਾ ਸਵਾਲ ਹੈ, ਇੱਥੇ ਮੈਂ ਬਹੁਤਾ ਜ਼ਿਆਦਾ ਇਸ 'ਤੇ ਨਹੀਂ ਕਹਾਂਗਾ ਕਿਉਂਕਿ ਕਿਸੇ ਵੇਲੇ ਕੁਝ ਜਥੇਬੰਦੀਆਂ ਕਹਿੰਦੀਆਂ ਸੀ ਕਿ ਇਹ ਸਿੱਧਾ ਜਾਣਾ ਚਾਹੀਦਾ। ਫਿਰ ਬਾਦਲ ਸਾਹਿਬ ਨੇ ਉਸ ਵੇਲੇ ਕਿਹਾ ਸੀ ਕਿ ਕਿਸਾਨ ਤੇ ਆੜ੍ਹਤੀਆ ਮਿਲ ਕੇ ਫੈਸਲਾ ਕਰ ਲੇ, ਜੋ ਫੈਸਲਾ ਕਰ ਲੇਗਾ ਲਾਗੂ। ਮੈਂ ਅੱਜ ਵੀ ਕਹਿਣਾ ਕਿ ਸਾਨੂੰ ਕਿਸਾਨ ਤੇ ਆੜ੍ਹਤੀਏ 'ਤੇ ਸੁੱਟ ਦੇਣਾ ਚਾਹੀਦਾ। ਜਿਹੜਾ ਕਿਸਾਨ ਕਹੇ ਕਿ ਮੈਂ ਆੜ੍ਹਤੀਏ ਰਾਹੀਂ ਲੈਣਾ ਉਹ ਆੜ੍ਹਤੀਏ ਨੂੰ ਦਿੱਤਾ ਜਾਵੇ, ਜਿਹੜਾ ਕਿਸਾਨ ਕਹੇ ਕਿ ਮੈਂ ਸਿੱਧਾ ਲੈਣਾ ਉਹਨੂੰ ਸਿੱਧਾ ਦਿੱਤਾ ਜਾਵੇ। ਦੋਨਾਂ ਦੀ ਗੱਲ ਨੂੰ ਮਾਨ ਦਿੱਤਾ ਜਾਵੇ ਕਿਉਂਕਿ ਦੋਨਾਂ ਤੇ ਰਹੀ ਨੇ ਆਪਸ ਵਿੱਚ ਜ਼ਿੰਮੇਵਾਰ ਨੇ। ਅਸੀਂ ਤਾਂ ਇੱਕ ਉਹਦਾ ਵਿੱਚ ਰਾਏ ਦੇਣ ਵਾਲੇ ਹਾਂ। ਉਧਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਕੀਤੀ ਗਈ ਹੈ। ਇਸ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਸਮੇਤ ਹੋਰ ਵੱਖ-ਵੱਖ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਦਲਜੀਤ ਸਿੰਘ ਚੀਮਾ ਹਾਜ਼ਰ ਰਹੇ ਨੇ। ਦਲਜੀਤ ਚੀਮਾ ਦਾ ਕਹਿਣਾ ਸੀ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਨਾਲ-ਨਾਲ ਹੋਰ ਸਾਰੇ ਗੰਭੀਰ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਹੈ। ਕੀਤੀ ਹੈ ਕਿ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦੀ ਵੀ ਔਰ ਕੇਂਦਰ ਸਰਕਾਰ ਦੀ ਵੀ ਇਹ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ ਔਰ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ ਹਾਈ ਕੋਰਟ ਵੱਲੋਂ ਇਨਸਾਫ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਗਿਆ ਔਰ ਇਸ ਚੋਣ ਦੀ ਸਾਰੀ ਤਿਆਰੀ ਵਾਸਤੇ ਸਾਰੇ ਫੈਸਲੇ ਲੈਣ ਦੇ ਅਧਿਕਾਰ ਜਿਹੜੇ ਕੋਰ ਕਮੇਟੀ ਨੇ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ। ਉਹ ਸਾਰਾ ਉਮੀਦਵਾਰਾਂ ਦਾ ਫੈਸਲਾ, ਬਾਕੀ ਫੈਸਲੇ ਜਿਹੜੇ ਆ ਉਹ ਕਰਨਗੇ। ਦੂਜਾ 5 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੇ
ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਹਲਕਾ ਵਾਈਜ਼ ਮੁਜ਼ਾਹਰੇ ਕਰਨ ਦਾ ਔਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮਿਲੀ ਭੁਗਤ ਹੈ ਇਹਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਚੌਂਕ ਦੇ ਵਿੱਚ ਨੰਗਿਆ ਕਰਨ ਦਾ ਜਿਹੜਾ ਫੈਸਲਾ ਲਿਆ ਸੀ ਉਹ ਪ੍ਰੋਗਰਾਮ ਜਿਹੜੇ ਸਾਰੇ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ 5 ਤਰੀਕ ਨੂੰ ਹੋਣਗੇ। ਉਧਰ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਬੀਤੇ ਦਿਨੀ ਇੱਕ ਧਾਰਮਿਕ ਸੰਗਠਨ ਨੂੰ ਲੈ ਕੇ ਕੀ ਟਿੱਪਣੀ ਤੋਂ ਬਾਅਦ ਇੱਕ ਵੱਖਰਾ ਬਿਆਨ ਦਿੱਤਾ ਗਿਆ। ਬੀਬੀ ਜਗੀਰ ਕੌਰ ਨੇ ਬੀਤੇ ਦਿਨਾਂ ਆਰਐਸਐਸ ਨੂੰ ਲੈ ਕੇ ਵੀ ਇੱਕ ਖਾਸ ਟਿੱਪਣੀ ਕੀਤੀ ਸੀ, ਜੋ ਟਿੱਪਣੀ ਹੁਣ ਲਗਾਤਾਰ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਜਿਹੜੀ ਸੀ ਉਹ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਹੈ ਤੇ ਬਤੌਰ ਪ੍ਰਧਾਨ, ਬਤੌਰ ਮੁੱਖ ਸੇਵਾਦਾਰ ਮੈਂ ਆਪਣੀ ਕੌਮ ਦੀ ਜੋ ਅੱਜ ਦੀ ਭਾਵਨਾਵਾਂ ਦੀ ਤਰਜਮਾਨੀ ਸੀ ਉਹ ਅਸੀਂ ਹਾਊਸ ਵਿੱਚ ਕੀਤੀ ਹੈ। ਸੈਕੰਡਲੀ, ਸਾਡੇ ਮਤੇ ਨਾਲ ਕਿਸੇ ਪਾਰਟੀ ਦਾ ਕੋਈ ਸੰਬੰਧ ਨਹੀਂ, ਕਿਸੇ ਸਿਆਸੀ ਤੌਰ ਤੇ ਕੋਈ ਸੰਬੰਧ ਨਹੀਂ। ਜੋ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਅੱਜ ਜੋ ਪੰਜਾਬੀ ਖਤਮ ਹੋ ਰਹੀ ਹੈ, ਸਾਡੇ ਅੱਜ ਥਾਂ ਥਾਂ ਦੇ ਉੱਤੇ ਫਿਲਮਾਂ 'ਚ ਚੱਲ ਜਾਓ ਉੱਥੇ ਸਿੱਖਾਂ ਦਾ ਰੂਪ ਵਿਗਾੜਿਆ ਜਾ ਰਿਹਾ ਹੈ, ਕਿਤਾਬਾਂ ਦੇ ਵਿੱਚੋਂ ਇਤਿਹਾਸ ਖਤਮ ਹੋ ਰਿਹਾ ਹੈ, ਬਹੁਤ ਸਾਰੀਆਂ ਗੱਲਾਂ ਹੋ ਰਹੀਆਂ, ਮੈਂ ਉਹ ਤਸਲੀਮ 'ਚ ਨਹੀਂ ਪੈਣਾ। ਉਹ ਸਾਰੀ ਗੱਲ ਨੂੰ ਜਦੋਂ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਸਾਡੇ ਨਾਲ ਬਹੁਤ ਵੱਡੀ ਅੱਜ ਘੁਸਪੈਠ ਕੀਤੀ ਜਾ ਰਹੀ ਹੈ, ਉਹਦੇ ਸੰਬੰਧ ਵਿੱਚ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਸੀ ਉਹਦੀ ਅਸੀਂ ਤਰਜਮਾਨੀ 'ਤੇ ਮਤਾ ਪਾਇਆ। ਮੈਂ ਸਮਝਦੀ ਹਾਂ ਕਿ ਕਿਸੇ ਵੀ ਪਾਰਟੀ ਨੂੰ ਇਹਦੇ ਵਿੱਚ ਨਹੀਂ ਬੋਲਣਾ ਚਾਹੀਦਾ, ਕਿਉਂਕਿ ਇਹ ਧਾਰਮਿਕ ਤੌਰ ਤੇ ਸਾਡੀ ਅਵਸਥਾ ਸੀ। ਅਸੀਂ ਧਰਮ ਦੀ ਗੱਲ ਕੀਤੀ ਹੈ, ਨਾ ਕਿਸੇ ਪਾਰਟੀ ਦੀ ਗੱਲ ਕੀਤੀ ਹੈ, ਨਾ ਕਿਸੇ ਅਸੀਂ ਸਿਆਸੀ ਗੱਲ ਕੀਤੀ ਹੈ, ਨਾ ਅਸੀਂ ਸਿਆਸਤ ਨਾਲ ਸੰਬੰਧ ਰੱਖਦੇ ਹਾਂ। ਉਧਰ ਰਾਕੇਸ਼ ਟਕੈਤ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ ਆਪੋ ਆਪਣੀਆਂ ਟਿੱਪਣੀਆਂ ਆ ਰਹੀਆਂ ਨੇ। ਇਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦਾ ਵੀ ਪ੍ਰਤੀਕਰਮ ਆਇਆ। ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਇਸ ਸਬੰਧ ਦੇ ਵਿੱਚ ਕੋਈ ਉਚਿਤ ਜਾਂਚ ਤੋਂ ਸੰਤੁਸ਼ਟ ਨਹੀਂ ਹੁੰਦੇ ਉਦੋਂ ਤੱਕ ਅਸੀਂ ਵੱਡੇ ਫੈਸਲੇ ਕਰਾਂਗੇ। ਤੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਇਸ ਮੌਕੇ ਦੇ ਉੱਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਦਿੱਲੀ ਬੈਠੇ ਨੇ ਉਹਨਾਂ ਦੀ ਫਸਲ ਦੀ ਵਾਢੀ ਦਾ ਜ਼ਿੰਮਾ ਵੀ ਪੰਜਾਬ ਦੇ ਵਿੱਚ ਬੈਠੇ ਕਿਸਾਨਾਂ ਨੂੰ ਆਪਣੇ ਮੋਢਿਆਂ ਤੇ ਲੈਣਾ ਚਾਹੀਦਾ। ਕੱਲ੍ਹ ਰਾਕੇਸ਼ ਟਕੈਤ ਜੀ ਤੇ ਜਿਵੇਂ ਹਮਲਾ ਕੀਤਾ ਗਿਆ, ਇਹ ਤੋਂ ਗਾਹਾਂ ਜਿਹੜਾ ਬਿਜਲੀ ਐਕਟ ਜਿਹੜਾ ਵਾ ਦੋਹਰੇ ਉਹ ਪਾਰਲੀਮੈਂਟ 'ਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ, ਜਿਵੇਂ ਬੀਜ ਐਕਟ ਨੂੰ ਦੁਬਾਰਾ ਰਿਵਾਈਜ਼ ਕੀਤਾ ਜਾ ਰਿਹਾ। ਇਸੇ ਤਰੀਕੇ ਨਾਲ ਜਿਵੇਂ ਗ੍ਰਹਿ ਮੰਤਰਾਲੇ ਵੱਲੋਂ ਕੱਲ੍ਹ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਜਿਹੜੀ ਚਿੱਠੀ ਕੱਢੀ ਸੀ, ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਹਾਂ। ਤੇ ਪਿੰਡ ਵੇਗੇਵਾਲ ਵੀ ਤੁਸੀਂ ਵੇਖ ਰਹੇ ਹੋ ਬਹੁਤ ਵੱਡਾ ਇਕੱਠ ਆ। ਮਾਤਾਵਾਂ ਭੈਣਾਂ ਮੈਂ ਇੱਧਰ ਵਿਖਾ ਦੇਣ ਸਾਡੇ ਬੰਦੇ, ਮਾਤਾਵਾਂ ਭੈਣਾਂ ਦਾ ਇਕੱਠ ਆ, ਇਹ ਤੋਂ ਗਾ ਨੌਜਵਾਨਾਂ ਦਾ ਇਕੱਠ ਆ। ਸੋ ਇਹ ਤੋਂ ਗਾ ਅਸੀਂ ਡਿਊਟੀਆਂ ਵੀ ਲਾਈਆਂ ਆਪਣੇ ਆਗੂਆਂ ਦੀਆਂ ਵੀ ਉਹ ਇਸ ਅੰਦੋਲਨ ਦੇ ਵਿੱਚ ਦਿੱਲੀ ਜਾਣ ਨੂੰ 5 ਮਈ ਨੂੰ ਜਥਾ ਜਿਹੜਾ ਦਿੱਲੀ ਵੱਲ ਨੂੰ ਅੰਮ੍ਰਿਤਸਰ ਦਾ ਰਵਾਨਾ ਹੋਣਾ ਵਾ। ਜਿਹੜੇ ਕਿਸਾਨ ਜਾਣਾ ਚਾਹੁੰਦੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਕਣਕ ਵਢਾਈ ਜਾਵੇ, ਉਹਨਾਂ ਦੀ ਤੂੜੀ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜਥਾ ਜਿਹੜਾ ਵਾ ਦਿੱਲੀ ਵੱਲ ਨੂੰ ਜਾਵੇ। ਉਧਰ ਇੱਕ ਭਾਜਪਾ ਆਗੂ ਦੀ ਗੱਡੀ ਦੇ ਵਿੱਚੋਂ ਈਵੀਐਮ ਮਸ਼ੀਨਾਂ ਮਿਲਣ ਦਾ ਮਾਮਲਾ ਹੁਣ ਲਗਾਤਾਰ ਭਖਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਹੁਣ ਭਾਜਪਾ ਇੱਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਉੱਤੇ ਹੈ। ਇਸ ਦੇ ਉੱਤੇ ਰਾਜਕੁਮਾਰ ਵੇਰਕਾ ਦੇ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਹੈ। ਉਹਨਾਂ ਦਾ ਕਹਿਣਾ ਹੈ ਕਿ ਈਵੀਐਮ ਦੇ ਨਾਲ ਸਰਕਾਰਾਂ ਹੁਣ ਤੱਕ ਜੋ ਬਣ ਰਹੀਆਂ ਨੇ ਤੇ ਨਾਲ ਹੀ ਉਹਨਾਂ ਨੇ ਈਵੀਐਮ ਨੂੰ ਲੈ ਕੇ ਵੀ ਚਿੰਤਾ ਜਤਾਈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਈਵੀਐਮ ਮਸ਼ੀਨਾਂ ਵੱਖ-ਵੱਖ ਆਗੂਆਂ ਦੀਆਂ ਗੱਡੀਆਂ ਦੇ ਵਿੱਚੋਂ ਮਿਲਣ ਲੱਗੀਆਂ ਨੇ ਤਾਂ ਇਹ ਲੋਕਤੰਤਰ ਦੇ ਲਈ ਵੀ ਖਤਰਾ ਹੋ ਸਕਦੀਆਂ ਨੇ। ਮੈਂ ਪਹਿਲਾਂ ਹੀ ਜਿਹੜਾ ਇਸ ਬਾਬਤ ਜਿਹੜਾ ਬਿਆਨ ਦੇ ਚੁੱਕੇ ਹਾਂ ਕਿ ਸਰਕਾਰ ਅੱਜ ਹਿੰਦੁਸਤਾਨ ਦੇ ਬਹੁਗਿਣਤੀ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਈਵੀਐਮ ਤੋਂ ਉੱਠ ਚੁੱਕਿਆ ਹੈ। ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਬਾਰ-ਬਾਰ ਇਹ ਸਾਰੀ ਪਾਰਟੀਆਂ ਨੇ ਸ਼ੰਕਾ ਪੈਦਾ ਕੀਤੀ ਹੈ ਔਰ ਇਹ ਵੀ ਗੱਲ ਕਹੀ ਹੈ ਕਿ ਇਹ ਗਲਤ ਫੈਸਲਾ ਹੈ, ਬੈਲਟ ਦੇ ਉੱਪਰ ਹੋਣਾ ਚਾਹੀਦਾ ਵੋਟ। ਔਰ ਅਸੀਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਇਆ, ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਇਸ ਤੇ ਡਿਬੇਟ ਕੀਤੀ ਹੈ। ਸਾਰੀ ਪਾਰਟੀਆਂ ਨੇ ਰਾਏ ਰੱਖੀ ਹੈ ਕਿ ਅਸੀਂ ਬੈਲਟ ਦੇ ਉੱਪਰ ਇਲੈਕਸ਼ਨ ਚਾਹੁੰਦੇ ਹਾਂ। ਅਸੀਂ ਇਲੈਕਸ਼ਨ ਚਾਹੁੰਦੇ ਹਾਂ ਕਿ ਇਹ ਲੋਕਤੰਤਰ ਦੀ ਬਹਾਲੀ ਵਾਸਤੇ ਔਰ ਇਹ ਲੋਕਤੰਤਰ ਦੀ ਗੁਲਾਮੀ ਵਾਲੇ ਪਾਸੇ ਦੇਸ਼ ਜਾ ਰਿਹਾ ਹੈ। ਹੁਣ ਫਿਰ ਵਿਧਾਨ ਸਭਾ ਦਾ ਅਗਰ ਸੈਸ਼ਨ ਹੋਏਗਾ ਅਸੀਂ ਫਿਰ ਇਸ ਮੁੱਦੇ ਨੂੰ ਚੁੱਕਾਂਗੇ। ਉਧਰ ਸੰਵਿਧਾਨ ਸੁਰੱਖਿਆ ਅੰਦੋਲਨ ਦੇ ਤਹਿਤ ਲੁਧਿਆਣਾ ਦੀ ਜਾਮਾ ਮਸਜਿਦ ਦੇ ਵਿੱਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਇੱਕ ਬੈਠਕ ਹੋਈ ਹੈ, ਜਿਸ ਦੇ ਵਿੱਚ
ਵੱਡੇ ਆਗੂ ਮੌਜੂਦ ਰਹੇ ਨੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਮੌਕੇ ਦੇ ਉੱਤੇ ਇੱਕ ਪਾਸੇ ਤਾਂ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹਾਂ। पंजाब की जो धरती है इसका एक बहुत बड़ा रोल है फ्रीडम फाइटिंग में। हम लोग जहाँ बैठे हैं इस वक्त ये जो परिवार है मौलाना हबीबुर रहमान लुधियानवी का और इनके फोर फादर्स का, इनकी ज़बरदस्त हिस्ट्री है फ्रीडम फाइट में। बड़ी कुर्बानियाँ दी हैं, सुभाष चंद्र बोस से लेकर भगत सिंह तक, वो इनके परिवार से बहुत गहरा संबंध रहा है। इसलिए भी हम लोगों ने ये फैसला किया कि हम बहुत अहमियत और एहतराम के साथ रेस्पेक्टफुल अंदाज से एक विज़िट करें पंजाब का। और इसके लिए हम कल गए थे अकाल तख्त के जो सबसे बड़े जत्थेदार हमारे ज्ञानी हरप्रीत सिंह साहब हैं, उनसे मिलने के लिए। मैंने उनसे जब वक्त मांगा था तो उन्होंने अपने घर पर बुलाया और कई घंटे हमारी उनकी बहुत अच्छी बातचीत हुई, जिससे हमको एक बहुत हौसला मिला, इनकरेजमेंट मिला और उन्होंने पूरी तरह सहयोग करने का साथ दिया है कि हर तरह से हम शांति और अमन के कायम करने के लिए जो भी कोशिशें आप लोग करेंगे, पूरे देश में हम आपके साथ हैं। ਪੰਜਾਬ ਇਸ ਵੇਲੇ ਰੁਕ ਕਰਾਂਗੇ ਹੁਣ ਦੇ ਖਾਸ ਅਤੇ ਤਾਜ਼ਾ ਸਿਆਸੀ ਹਾਲਾਤਾਂ ਦੇ ਵੱਲ। ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਕੈਪਟਨ ਸਾਹਿਬ ਨੇ ਜੋ ਅਨਾਉਂਸ ਕੀਤਾ ਹੈ ਕਿ ਲੇਡੀਜ਼ ਵਾਸਤੇ ਜਿਹੜਾ ਫ੍ਰੀ ਆਫ ਕਾਸਟ ਉਹਨਾਂ ਨੇ ਸਰਵਿਸ ਸ਼ੁਰੂ ਕੀਤੀ ਹੈ, ਬੱਸ ਸਰਵਿਸ ਹੈ, ਬਹੁਤ ਵਧੀਆ ਸਰਵਿਸ ਹੈ ਜੀ। ਮੈਂ ਬਹੁਤ ਖੁਸ਼ ਹਾਂ ਪੰਜਾਬ ਸਰਕਾਰ ਤੋਂ। ਮੈਂ ਫਿਰੋਜ਼ਪੁਰ ਤੋਂ ਚੁੰਗੀਆਂ ਤੱਕ ਜਾ ਰਹੀ ਹਾਂ, ਜਿਹੜੇ ਕਿ ਪਿੱਛੇ ਅੱਗੇ ਬਹੁਤ ਕਿਰਾਏ ਹੁੰਦੇ ਸੀ, ਹੁਣ ਸਰਕਾਰ ਨੇ ਫ੍ਰੀ ਕਰਕੇ ਲੇਡੀਜ਼ ਲਈ ਬਹੁਤ ਵੱਡੀ ਸਹੂਲਤ ਕੀਤੀ ਹੈ। ਤਹਿ ਦਿਲੋਂ ਧੰਨਵਾਦ ਪੰਜਾਬ ਸਰਕਾਰ ਦਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।